ਸਿੱਖਾਂ ਦੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਅਤੇ ਮਾਤਾ ਖੀਵੀ ਜੀ ਦੇ 4 ਬੱਚੇ ਸਨ, 2 ਧੀਆਂ ਤੇ 2 ਪੁੱਤਰ। ਸਭ ਤੋਂ ਵੱਡੇ ਦਾਸੂ ਜੀ, ਦੂਸਰੀ ਥਾਵੇਂ ਬੀਬੀ ਅਮਰੋ ਜੀ, ਤੀਸਰੀ ਸੰਤਾਨ ਬੀਬੀ ਅਨੋਖੀ ਜੀ ਅਤੇ ਸਭ ਤੋਂ ਛੋਟੇ ਦਾਤੂ ਜੀ ਸਨ। ਸਮਾਂ ਬੀਤਦਾ ਗਿਆ। ਜਦੋਂ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਇਸ ਫੈਸਲੇ ਦੀ ਘੋਸ਼ਣਾ ਕੀਤੀ ਕਿ ਉਹਨਾਂ ਤੋਂ ਬਾਅਦ ਗੁਰਗੱਦੀ ਦੇ ਵਾਰਿਸ ਅਮਰਦਾਸ ਅਰਥਾਤ ਗੁਰੂ ਅਮਰਦਾਸ ਜੀ ਹੋਣਗੇ, ਤਾਂ ਉਹਨਾਂ ਦੇ ਪੁੱਤਰਾਂ ਦਾਸੂ ਅਤੇ ਦਾਤੂ ਜੀ ਨੇ ਘਰ ਵਿੱਚ ਵਿਵਾਦ ਖੜਾ ਕਰ ਦਿੱਤਾ ਅਤੇ ਉਹਨਾਂ ਨੇ ਆਪਣੇ ਗੁਰੂ ਪਿਤਾ ਦਾ ਫੈਸਲਾ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ। ਮਾਤਾ ਖੀਵੀ ਜੀ ਨੇ ਅਜਿਹੇ ਨਾਜ਼ੁਕ ਮੌਕੇ ਤੇ ਪੁੱਤਰਾਂ ਦੀ ਮਮਤਾ ਤੋਂ ਉਤਾਂ ਉੱਠ ਕੇ ਆਪਣੇ ਪਤੀ ਗੁਰੂ ਅੰਗਦ ਦੇਵ ਜੀ ਦਾ ਸਾਥ ਦਿੱਤਾ ਅਤੇ ਉਹਨਾਂ ਦੇ ਇਸ ਫੈਸਲੇ ਨੂੰ ਉਚਿਤ ਦੱਸਦੇ ਹੋਏ ਆਪਣੇ ਪੁੱਤਰਾਂ ਨੂੰ ਸਮਝਾਇਆ ਕਿ ਗੁਰਗੱਦੀ ਕੋਈ ਵਿਰਾਸਤ ਨਹੀਂ, ਇਹ ਤਾਂ ਬਖਸ਼ਿਸ਼ ਹੈ। ਇਹ ਦੁਨਿਆਵੀ ਮਰਾਤਬਾ ਨਹੀਂ, ਇਹ ਤਾਂ ਜ਼ਿੰਮੇਦਾਰੀਆਂ ਦੀ ਪੰਡ ਹੈ। ਮਾਤਾ ਖੀਵੀ ਜੀ ਨੇ ਪੁੱਤਰਾਂ ਨੂੰ ਇਹ ਵੀ ਸਮਝਾਇਆ ਕਿ ਪਿਤਾ ਦਾ ਹੁਕਮ ਮੰਨਣ ਵਿੱਚ ਹੀ ਉਹਨਾਂ ਨੂੰ ਸੁੱਖ ਮਿਲ ਸਕਦਾ ਹੈ। ਘਰ ਵਿੱਚ ਅਜੇ ਇਹ ਵਿਵਾਦ ਜਾਰੀ ਹੀ ਸੀ ਕਿ ਗੁਰੂ ਅੰਗਦ ਦੇਵ ਜੀ 29 ਮਾਰਚ 1552 ਨੂੰ ਜੋਤੀ ਜੋਤ ਸਮਾ ਗਏ। ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾ ਜਾਣ ਮਗਰੋਂ ਸ਼ਰੀਕੇ ਤੇ ਭਾਈਚਾਰੇ ਦੇ ਲੋਕਾਂ ਨੇ ਗੁਰੂ ਪੁੱਤਰਾਂ ਨੂੰ ਚੁੱਕਿਆ ਕਿ ਸਭ ਕੁਝ ਤਾਂ ਤੁਹਾਡੇ ਘਰ ਦਾ ਦਾਸ ਨੌਕਰ ਅਮਰਦਾਸ ਲੈ ਗਿਆ ਹੈ, ਤੁਹਾਡੇ ਪਿਤਾ ਨੇ ਤੁਹਾਡੇ ਲਈ ਕੀ ਛੱਡਿਆ ਹੈ। ਗੁਰੂ ਸੰਤਾਨ ਹੋਣ ਦੇ ਮਾਣ ਅਤੇ ਹੰਕਾਰ ਕਾਰਨ ਸ਼ਰੀਕੇ ਲੋਕਾਂ ਦੀ ਚੁੱਕ ਚੁਕਾਈ ਵਿੱਚ ਆ ਕੇ ਦਾਸੂ ਅਤੇ ਦਾਤੂ ਜੀ ਆਕੀ ਹੋ ਕੇ ਬੈਠ ਗਏ। ਬੇਸ਼ੱਕ ਮਾਤਾ ਖੀਵੀ ਜੀ ਨੇ ਪੁੱਤਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਦਾਸੂ ਜੀ ਨੇ ਤਾਂ ਖਡੂਰ ਸਾਹਿਬ ਵਿਖੇ ਆਪਣੀ ਹੀ ਗੱਦੀ ਲਗਾ ਕੇ ਆਪਣੇ ਆਪ ਨੂੰ ਗੁਰੂ ਅਖਵਾਉਣਾ ਸ਼ੁਰੂ ਕਰ ਦਿੱਤਾ। ਗੁਰੂ ਅਮਰਦਾਸ ਜੀ ਪਹਿਲਾਂ ਹੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਨਵੇਂ ਵਸਾਏ ਨਗਰ ਗੋਇੰਦਵਾਲ ਚਲੇ ਗਏ ਸਨ। ਜਦੋਂ ਗੁਰੂ ਪੁੱਤਰਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਤਾਂ ਗੁਰੂ ਅਮਰਦਾਸ ਜੀ ਗੋਇੰਦਵਾਲ ਛੱਡ ਕੇ ਕੁਝ ਸਮੇਂ ਲਈ ਬਾਸਰ ਕੇ ਚਲੇ ਗਏ ਅਤੇ ਗੁਪਤਵਾਸ ਧਾਰਨ ਕਰ ਲਿਆ। ਮਾਤਾ ਖੀਵੀ ਜੀ ਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਕਿ ਉਹਨਾਂ ਦੇ ਪੁੱਤਰਾਂ ਨੇ ਗੁਰੂ ਪਿਤਾ ਦੀ ਆਗਿਆ ਦਾ ਪਾਲਨ ਨਹੀਂ ਕੀਤਾ। ਉਹ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਬਾਸਰ ਕੇ ਗਏ ਅਤੇ ਗੁਰੂ ਅਮਰਦਾਸ ਜੀ ਪਾਸੋਂ ਇਸ ਗੱਲ ਦੀ ਖਿਮਾ ਮੰਗੀ ਕਿ ਉਹਨਾਂ ਦੇ ਪੁੱਤਰ ਉਹਨਾਂ ਦੇ ਕਹੇ ਵਿੱਚ ਨਹੀਂ ਹਨ। ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਵਾਪਸ ਗੋਇੰਦਵਾਲ ਪਰਤ ਆਉਣ ਦੀ ਬੇਨਤੀ ਕੀਤੀ। ਗੁਰੂ ਅਮਰਦਾਸ ਜੀ, ਜਿਹੜੇ ਕਿ ਮਾਤਾ ਖੀਵੀ ਜੀ ਦਾ ਬੜਾ ਸਤਿਕਾਰ ਕਰਦੇ ਸਨ, ਉਹਨਾਂ ਦੇ ਕਹਿਣ ਤੇ ਮੁੜ ਗੋਇੰਦਵਾਲ ਸਾਹਿਬ ਵਾਪਸ ਆ ਗਏ ਅਤੇ ਗੁਰੂ ਪਦ ਦੀਆਂ ਸਾਰੀਆਂ ਜ਼ਿੰਮੇਦਾਰੀਆਂ ਨਿਭਾਉਣ ਵਿੱਚ ਜੁਟ ਗਏ। ਉਧਰ ਦਾਸੂ ਜੀ ਨੇ 6 ਮਹੀਨੇ ਆਪਣੀ ਹੀ ਗੁਰਿਆਈ ਕੀਤੀ। ਇਹਨਾਂ ਦਿਨਾਂ ਵਿੱਚ ਰੱਬੋ ਹੀ ਇਹ ਭਾਣਾ ਵਰਤਿਆ ਕਿ ਦਾਸੂ ਜੀ ਦਾ ਸਿਰ ਫਿਰ ਗਿਆ। ਉਹ ਗੱਦੀ ਤੇ ਬੈਠੇ ਬੈਠੇ ਵੀ ਉਲ ਜਲੂਲ ਗੱਲਾਂ ਕਰਦੇ ਰਹਿੰਦੇ ਸਨ। ਉਹਨਾਂ ਦੇ ਸਿਰ ਪੀੜ ਠਹਿਰ ਗਈ ਅਤੇ ਉਹ ਬੜੇ ਬੇਚੈਨ ਰਹਿਣ ਲੱਗ ਪਏ। ਮਾਤਾ ਖੀਵੀ ਜੀ ਨੇ ਦਾਸੂ ਨੂੰ ਸਮਝਾਇਆ ਕਿ ਉਹ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਪਾਸੋਂ ਮਾਫੀ ਮੰਗ ਲੈਣ ਅਤੇ ਗੁਰੂ ਪਿਤਾ ਦੀ ਆਗਿਆ ਮੰਨ ਕੇ ਗੁਰੂ ਅਮਰਦਾਸ ਜੀ ਅੱਗੇ ਸਿਰ ਨਿਵਾ ਦੇਣ। ਦਾਸੂ ਜੀ ਨੇ ਮਾਤਾ ਦਾ ਹੁਕਮ ਮੰਨ ਕੇ ਐਸਾ ਹੀ ਕੀਤਾ। ਜਦੋਂ ਗੁਰੂ ਅਮਰਦਾਸ ਜੀ ਨੇ ਆਪਣਾ ਬਖਸ਼ਿਸ਼ਾਂ ਭਰਿਆ ਹੱਥ ਦਾਸੂ ਦੇ ਸਿਰ ਤੇ ਰੱਖਿਆ ਤਾਂ ਉਹਨਾਂ ਦੇ ਸਿਰ ਦੀ ਪੀੜ ਜਾਂਦੀ ਰਹੀ। ਉਹ ਫਿਰ ਨਵੇਂ ਨਰੋਏ ਹੋ ਗਏ। ਉਹਨਾਂ ਦੇ ਅੰਦਰੋਂ ਗੁਰੂ ਪੁੱਤਰ ਹੋਣ ਦਾ ਹੰਕਾਰ ਖਤਮ ਹੋ ਗਿਆ। ਦਾਸੂ ਜੀ ਤਾਂ ਮਾਤਾ ਦਾ ਹੁਕਮ ਮੰਨ ਕੇ ਸਹੀ ਰਸਤੇ ਤੇ ਆ ਗਏ ਸਨ, ਪਰ ਦਾਤੂ ਜੀ ਨੇ ਵਿਰੋਧਤਾ ਦਾ ਰਸਤਾ ਅਖਤਿਆਰ ਕਰ ਲਿਆ। ਉਹਨਾਂ ਨੇ ਆਪਣੇ ਰਿਧੀਆਂ ਸਿੱਧੀਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਹ ਗੋਇੰਦਵਾਲ ਜਾ ਕੇ ਗੁਰੂ ਅਮਰਦਾਸ ਜੀ ਪਾਸੋਂ ਆਪਣਾ ਹੱਕ ਵਾਪਸ ਲੈ ਕੇ ਆਉਣਗੇ। ਇੱਧਰ ਦਾਤੂ ਜੀ ਦੇ ਮਨ ਦੀ ਈਰਖਾ ਦੀ ਅਗਨੀ ਪ੍ਰਚੰਡ ਹੋ ਰਹੀ ਸੀ, ਉੱਧਰ ਗੋਇੰਦਵਾਲ ਵਿੱਚ ਗੁਰੂ ਅਮਰਦਾਸ ਜੀ ਸ਼ਬਦ ਗੁਰੂ ਦੁਆਰਾ ਗਿਆਨ ਦਾ ਪ੍ਰਕਾਸ਼ ਵੰਡ ਰਹੇ ਸਨ। ਊਚ ਨੀਚ ਜਾਤ ਪਾਤ ਦੀਆਂ ਵਿਥਾਂ ਮੇਟ ਰਹੇ ਸਨ। ਹੰਕਾਰ ਅਤੇ ਈਰਖਾ ਦੀ ਆਗ ਵਿੱਚ ਤਪਦੇ ਦਾਤੂ ਜੀ ਆਪਣੇ ਕੁਝ ਸੇਵਕਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਤੋਂ ਗੋਇੰਦਵਾਲ ਆ ਗਏ। ਸੰਗਤ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਜੁੜੀ ਹੋਈ ਸੀ। ਉਹ ਗੁਰੂ ਮਹਾਰਾਜ ਦੇ ਉਪਦੇਸ਼ ਸੁਣ ਰਹੇ ਸਨ। ਦਾਤੂ ਜੀ ਨੇ ਦਰਬਾਰ ਵਿੱਚ ਪਹੁੰਚਦਿਆਂ ਹੀ ਗੁਰੂ ਅਮਰਦਾਸ ਜੀ ਨੂੰ ਜ਼ੋਰ ਦੀ ਲੱਤ ਮਾਰੀ ਅਤੇ ਜ਼ਬਾਨ ਤੋਂ ਕੌੜੇ ਅਤੇ ਅਪਮਾਨਜਨਕ ਸ਼ਬਦ ਬੋਲਣ ਲੱਗ ਪਏ। ਲੱਤ ਲੱਗਣ ਕਰਕੇ ਗੁਰੂ ਅਮਰਦਾਸ ਜੀ ਡਿੱਗ ਪਏ, ਪਰ ਪਰਬਤ ਵਰਗੀ ਅਡੋਲਤਾ ਅਤੇ ਨਿਮਰਤਾ ਦੇ ਵਿਸ਼ਾਲ ਸਾਗਰ ਗੁਰੂ ਜੀ ਨੇ ਦਾਤੂ ਜੀ ਦੇ ਚਰਨ ਪਕੜ ਲਏ ਅਤੇ ਕਿਹਾ, ਪੁੱਤਰ ਮੇਰੀਆਂ ਹੱਡੀਆਂ ਤਾਂ ਸਖਤ ਹਨ, ਤੁਹਾਡੇ ਚਰਨ ਕੋਮਲ ਹਨ, ਤੁਹਾਨੂੰ ਸੱਟ ਲੱਗੀ ਹੋਵੇਗੀ, ਮੈਂ ਦਬਾ ਦਿੰਦਾ ਹਾਂ। ਸੰਗਤਾਂ ਗੁਰੂ ਮਹਾਰਾਜ ਦੀ ਅਡੋਲਤਾ ਅਤੇ ਧੀਰਜ ਵੇਖ ਕੇ ਹੈਰਾਨ ਹੋ ਗਈਆਂ ਅਤੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਕਹਿਣ ਲੱਗ ਪਈਆਂ। ਦਾਤੂ ਜੀ ਦਰਬਾਰ ਵਿੱਚੋਂ ਨਿਕਲ ਕੇ ਗੁਰੂ ਕੇ ਲੰਗਰ ਅਤੇ ਚੁਬਾਰੇ ਵਿੱਚ ਗਏ ਅਤੇ ਗੁਰੂ ਘਰ ਦਾ ਸਾਰਾ ਸਮਾਨ ਖੱਚਰਾਂ ਅਤੇ ਘੋੜਿਆਂ ਉੱਤੇ ਲੱਦ ਕੇ ਖਡੂਰ ਸਾਹਿਬ ਵੱਲ ਚੱਲ ਪਏ। ਅੰਧੇਰਾ ਹੋ ਚੁੱਕਾ ਸੀ। ਰਾਹ ਵਿੱਚ ਉਹਨਾਂ ਨੂੰ ਚੋਰਾਂ ਨੇ ਘੇਰ ਲਿਆ। ਉਹਨਾਂ ਨੇ ਦਾਤੂ ਜੀ ਦੇ ਕਾਫਲੇ ਨੂੰ ਲੁੱਟਣਾ ਤੇ ਸਾਥੀਆਂ ਨੂੰ ਡਾਂਗਾਂ ਨਾਲ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਖੋਹਾ ਖੁਹਾਈ ਅਤੇ ਬਚਾਓ ਦੀ ਕੋਸ਼ਿਸ਼ ਵਿੱਚ ਦਾਤੂ ਜੀ ਨੂੰ ਵੀ ਸੱਟਾਂ ਲੱਗੀਆਂ। ਇੱਕ ਲਾਠੀ ਉਹਨਾਂ ਦੀ ਉਸ ਲੱਤ ਉੱਤੇ ਲੱਗੀ ਜਿਹੜੀ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਮਾਰੀ ਸੀ। ਆਪਣਾ ਸਾਰਾ ਮਾਲ ਅਸਬਾਬ ਲੁਟਵਾ ਕੇ ਜਾਨ ਬਚਾ ਕੇ ਦਾਤੂ ਜੀ ਕਿਸੇ ਤਰ੍ਹਾਂ ਖਡੂਰ ਸਾਹਿਬ ਪਹੁੰਚ ਗਏ, ਪਰ ਲੱਤ ਵਿੱਚ ਆਈ ਚੋਟ ਕਾਰਨ ਉਹਨਾਂ ਨੂੰ ਅਜਿਹੀ ਪੀੜ ਠਹਿਰੀ ਕਿ ਉਹਨਾਂ ਦਾ ਚੱਲਣਾ ਫਿਰਨਾ ਤੇ ਨਿੱਠ ਕੇ ਬੈਠਣਾ ਵੀ ਔਖਾ ਹੋ ਗਿਆ। ਲੱਤ ਦੀ ਪੀੜਾ ਨਾਲ ਪਰੇਸ਼ਾਨ ਦਾਤੂ
ਜੀ ਹਰ ਵੇਲੇ ਕਰਾਂਦੇ ਰਹਿੰਦੇ ਸਨ। ਪੁੱਤਰ ਦੀ ਅਕਹਿ ਪੀੜਾ ਵੇਖ ਕੇ ਮਾਤਾ ਖੀਵੀ ਜੀ ਦਾ ਮਨ ਪਸੀਜ ਗਿਆ। ਉਹ ਪੁੱਤਰ ਦੀ ਭੁੱਲ ਬਖਸ਼ਾਉਣ ਲਈ ਇੱਕ ਵਾਰ ਫਿਰ ਗੋਇੰਦਵਾਲ ਗਏ। ਗੁਰੂ ਅਮਰਦਾਸ ਜੀ ਨੇ ਮਾਤਾ ਜੀ ਦਾ ਆਦਰ ਸਤਿਕਾਰ ਕੀਤਾ ਅਤੇ ਸੰਕੇਤ ਕੀਤਾ ਕਿ ਹੁਣ ਦਾਤੂ ਜੀ ਦੀ ਪੀੜਾ ਗੁਰੂ ਘਰ ਦੀ 5ਵੀਂ ਜੋਤ ਹੀ ਆ ਕੇ ਦੂਰ ਕਰੇਗੀ। ਗੋਇੰਦਵਾਲ ਦਿਨ ਬ ਦਿਨ ਪੁਰ ਰੌਣਕਾਂ ਵਾਲਾ ਸ਼ਹਿਰ ਬਣਦਾ ਜਾ ਰਿਹਾ ਸੀ। ਗੁਰੂ ਅਮਰਦਾਸ ਜੀ ਦਾ ਪ੍ਰਭਾਵ ਚੁਪਾਸੀ ਫੈਲ ਰਿਹਾ ਸੀ ਅਤੇ ਅਜੇ ਵੀ ਕਈ ਲੋਕ ਅਗਿਆਨਤਾਵਸ ਦਾਤੂ ਜਾਂ ਦਾਸੂ ਨੂੰ ਗੁਰੂ ਸਮਝ ਕੇ ਖਡੂਰ ਸਾਹਿਬ ਪਹੁੰਚ ਜਾਂਦੇ ਸਨ। ਜਦੋਂ ਮਾਤਾ ਖੀਵੀ ਜੀ ਨੂੰ ਮਿਲਦੇ ਤਾਂ ਮਾਤਾ ਖੀਵੀ ਜੀ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾਉਂਦੇ ਕਿ ਨਿਰੰਕਾਰੀ ਜੋਤ ਤਾਂ ਗੋਇੰਦਵਾਲ ਜਾਗ ਰਹੀ ਹੈ, ਅਸੀਂ ਤਾਂ ਗੁਰੂ ਘਰ ਦੇ ਸੇਵਕ ਹਾਂ। ਮਾਤਾ ਜੀ ਖਡੂਰ ਸਾਹਿਬ ਆਈਆਂ ਸੰਗਤਾਂ ਨੂੰ ਲੰਗਰ ਦੀ ਸੇਵਾ ਕਰਦੇ ਅਤੇ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੰਦੇ। ਸੰਗਤਾਂ ਉਹਨਾਂ ਦਾ ਬੜਾ ਸਤਿਕਾਰ ਕਰਦੀਆਂ ਸਨ। ਬੇਸ਼ੱਕ ਗੁਰੂ ਅਮਰਦਾਸ ਜੀ ਉਮਰ ਵਿੱਚ ਉਹਨਾਂ ਤੋਂ ਵੱਡੇ ਸਨ, ਪਰ ਮਾਤਾ ਖੀਵੀ ਜੀ ਦਾ ਸਤਿਕਾਰ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਕੋਈ ਵੀ ਆਪਣੀ ਬਜ਼ੁਰਗ ਮਾਂ ਦਾ ਕਰਿਆ ਕਰਦਾ ਹੈ। ਸਮਾਂ ਆਪਣੀ ਗਤੀ ਅਨੁਸਾਰ ਚੱਲਦਾ ਰਿਹਾ। ਜਦੋਂ ਨਵੇਂ ਨਗਰ ਅੰਮ੍ਰਿਤਸਰ ਦਾ ਨਿਰਮਾਣ ਹੋ ਰਿਹਾ ਸੀ ਤਾਂ ਗੁਰੂ ਅਰਜਨ ਦੇਵ ਜੀ ਕੁਝ ਸਮਾਂ ਚੱਕ ਰਾਮਦਾਸ ਅਤੇ ਕੁਝ ਸਮਾਂ ਗੋਇੰਦਵਾਲ ਠਹਿਰਿਆ ਕਰਦੇ ਸਨ। ਇੱਕ ਵਾਰ ਜਦੋਂ ਕੁਝ ਮੁਖੀ ਸਿੰਘਾਂ ਨਾਲ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਜਾ ਰਹੇ ਸਨ ਤਾਂ ਆਪ ਇੱਕ ਰਾਤ ਲਈ ਖਡੂਰ ਸਾਹਿਬ ਰੁਕੇ। ਆਪ ਮਾਤਾ ਖੀਵੀ ਜੀ ਨੂੰ ਮਿਲੇ ਅਤੇ ਆਪਣਾ ਸਤਿਕਾਰ ਭੇਟ ਕੀਤਾ। ਬੇਸ਼ੱਕ ਮਾਤਾ ਖੀਵੀ ਜੀ ਦੀ ਉਮਰ ਹੁਣ ਵਡੇਰੀ ਹੋ ਚੁੱਕੀ ਸੀ, ਪਰ ਉਹਨਾਂ ਦੀ ਸੇਵਾ ਕਰਨ ਦੀ ਲਗਨ ਅਤੇ ਸੁਭਾਅ ਵਿੱਚ ਕੋਈ ਫਰਕ ਨਹੀਂ ਸੀ ਪਿਆ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਨਾਲ ਆਈ ਸੰਗਤ ਦੀ ਬੜੀ ਸੇਵਾ ਕੀਤੀ। ਮਾਂ ਆਖਿਰ ਮਾਂ ਹੁੰਦੀ ਹੈ। ਦਾਤੂ ਜੀ ਦੀ ਲੱਤ ਦੀ ਪੀੜਾ ਕਰਕੇ ਉਹ ਵੀ ਦੁਖੀ ਰਹਿੰਦੇ ਸਨ। ਹੁਣ ਸਮਾਂ ਆ ਗਿਆ ਸੀ ਕਿ ਤੀਸਰੀ ਪੀੜ੍ਹੀ ਵੇਲੇ ਦਾਤੂ ਜੀ ਵੱਲੋਂ ਕੀਤੀ ਗਈ ਅਵੱਗਿਆ ਦੀ ਭੁੱਲ ਬਖਸ਼ਾਈ ਜਾਵੇ। ਉਹਨਾਂ ਨੇ ਦਾਤੂ ਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਉੱਤੇ ਮੱਥਾ ਟੇਕਣ ਲਈ ਕਿਹਾ ਅਤੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਉਹਨਾਂ ਦੇ ਪੁੱਤਰ ਦਾਤੂ ਦੀ ਭੁੱਲ ਬਖਸ਼ ਦਿੱਤੀ ਜਾਵੇ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਹਰਾਂ ਭਰੀਆਂ ਨਜ਼ਰਾਂ ਨਾਲ ਦਾਤੂ ਜੀ ਵੱਲ ਵੇਖਿਆ ਅਤੇ ਆਸ਼ੀਰਵਾਦ ਦਿੱਤਾ ਤਾਂ ਉਸ ਵੇਲੇ ਦਾਤੂ ਜੀ ਦੀ ਪੀੜਾ ਦੂਰ ਹੋ ਗਈ। ਗੁਰੂ ਬਖਸ਼ਣਹਾਰ ਹੈ। ਆਪਣੀਆਂ ਕੀਤੀਆਂ ਭੁੱਲਾਂ ਦੀ ਜੇ ਸੱਚੇ ਮਨ ਨਾਲ ਖਿਮਾ ਮੰਗੀ ਜਾਵੇ ਤਾਂ ਗੁਰੂ ਜ਼ਰੂਰ ਰਹਿਮਤ ਕਰਦੇ ਹਨ।